ਪੁੱਛਣਾ ਚਾਹਾਂਗਾ ਕਿ ਉਸ ਵਸਤੂ ਦਾ ਨਾਂ ਦੱਸੋ ਜੋ ਬਹੁਤ ਹੀ ਛੋਟੀ ਹੈ, ਜਿਸ ਨੂੰ ਅਸੀਂ ਆਪਣੀ ਅੱਖ ਨਾਲ ਨਹੀਂ ਦੇਖ ਸਕਦੇ ਪਰ ਉਹ ਹਰ ਜਗ੍ਹਾ ਮੌਜੂਦ ਹੈ। ਉਹ ਇਸ ਪੈਨ ਵਿੱਚ ਵੀ ਮੌਜੂਦ ਹੈ, ਮੇਰਾ ਸਰੀਰ ਵੀ ਉਸ ਤੋਂ ਬਣਿਆ ਹੈ, ਇਹ ਟੇਬਲ, ਚੇਅਰ, ਦੀਵਾਰਾਂ, ਹਰ ਪਦਾਰਥ ਉਸ ਤੋਂ ਬਣਿਆ ਹੈ। ਕੀ ਤੁਹਾਨੂੰ ਪਤਾ ਹੈ ਉਹ ਕਿਸ ਤੋਂ ਮਿਲ ਕੇ ਬਣਦਾ ਹੈ? ਜੀ ਹਾਂ, ਉਸ ਦਾ ਨਾਮ ਹੈ ਪਰਮਾਣੂ। ਪਰਮਾਣੂ ਦੁਨੀਆ ਦੇ ਵਿੱਚ ਸੂਖਮਤਮ ਇਕਾਈ ਹੈ, ਜਿਸ ਤੋਂ ਮਿਲ ਕੇ ਸਾਰਾ ਪਦਾਰਥ ਬਣਿਆ ਹੋਇਆ ਹੈ। ਤੁਸੀਂ ਆਸੇ-ਪਾਸੇ ਜੋ ਕੁਝ ਵੀ ਦੇਖ ਰਹੇ ਹੋ ਇਹ ਸਭ ਪਰਮਾਣੂ ਤੋਂ ਮਿਲ ਕੇ ਬਣਿਆ ਹੈ। ਪਰ ਇਹ ਗੱਲ ਅਲੱਗ ਹੈ ਕਿ ਇਸ ਦਾ ਸਾਈਜ਼ ਬਹੁਤ ਛੋਟਾ ਹੋਣ ਕਰਕੇ ਅਸੀਂ ਇਸ ਨੂੰ ਨਹੀਂ ਦੇਖ ਸਕਦੇ। ਇਸ ਦੀ ਕਲਪਨਾ ਵੀ ਕਰਨੀ, ਇਸ ਦੇ ਸਾਹਮਣੇ ਅਸੀਂ ਦੇਖਣਾ, ਇਸ ਦਾ ਮਾਪ ਕਰਨਾ ਬਹੁਤ ਹੀ ਔਖਾ ਹੈ। ਇਸ ਨੂੰ ਸਮਝਣ ਲਈ ਆਓ ਇੱਕ ਛੋਟੀ ਜਿਹੀ ਕਿਰਿਆ ਕਰਦੇ ਹਾਂ। ਮੇਰੇ ਕੋਲ ਇੱਕ ਛੋਟਾ ਜਿਹਾ ਕਾਗਜ਼ ਦਾ ਟੁਕੜਾ ਹੈ। ਮੈਂ ਇਸ ਨੂੰ 2 ਭਾਗਾਂ ਵਿੱਚ ਕਰ ਦਿੱਤਾ, ਫਿਰ ਇਸ ਨੂੰ ਹੋਰ ਛੋਟਾ ਕਰ ਦਿੱਤਾ, ਫਿਰ ਹੋਰ ਛੋਟਾ ਕਰ ਦਿੱਤਾ ਅਤੇ ਇਸ ਤਰ੍ਹਾਂ ਕਰਦੇ ਕਰਦੇ ਮੈਂ ਹੌਲੀ ਹੌਲੀ ਇੱਕ ਇਹੋ ਜਿਹੇ ਛੋਟੇ ਟੁਕੜੇ ਤੇ ਪਹੁੰਚ ਜਾਵਾਂਗਾ ਜਿਸ ਦੇ ਹੋਰ ਟੁਕੜੇ ਕਰਨੇ ਮੇਰੇ ਲਈ ਅਸੰਭਵ ਹੋਣਗੇ। ਹੁਣ ਦੇਖੋ, ਇਸ ਛੋਟੇ ਟੁਕੜੇ ਦੇ ਕਾਗਜ਼ ਦੇ ਟੁਕੜੇ ਦੇ ਹੋਰ ਟੁਕੜੇ ਨਹੀਂ ਹੋ ਸਕਦੇ। ਇਸੇ ਦੇ ਆਧਾਰ ਤੇ ਅਸੀਂ ਪਰਮਾਣੂ ਨੂੰ ਸਮਝ ਸਕਦੇ ਹਾਂ। ਪਰਮਾਣੂ ਕੀ ਹੈ? ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ, ਪਰਮਾਣੂ ਇੱਕ ਗ੍ਰੀਕ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੀ ਹੈ ਨਾ ਵੰਡਣਯੋਗ, ਭਾਵ ਜਿਸ ਨੂੰ ਅਸੀਂ ਹੋਰ ਨਹੀਂ ਵੰਡ ਸਕਦੇ। ਹਰ ਪਦਾਰਥ ਪਰਮਾਣੂ ਤੋਂ ਮਿਲ ਕੇ ਬਣਿਆ ਹੈ, ਚਾਹੇ ਇਹ ਕਾਗਜ਼ ਸੀ, ਪੈਨ, ਕਾਪੀ, ਹਰ ਆਪਣਾ ਸਰੀਰ, ਸਜੀਵ, ਨਿਰਜੀਵ, ਆਪਣਾ ਆਲਾ ਦੁਆਲਾ ਸਭ ਕੁਝ ਪਰਮਾਣੂ ਤੋਂ ਬਣਿਆ ਹੈ। ਪਰ ਇਹ ਇੰਨਾ ਸੂਖਮਤਮ ਹੈ ਕਿ ਇਸ ਨੂੰ ਅਸੀਂ ਆਪਣੀ ਅੱਖ ਨਾਲ ਨਹੀਂ ਦੇਖ ਸਕਦੇ। ਇਸ ਲਈ ਰਿਸ਼ੀ ਕਨਾਦ ਜੀ ਨੇ ਭਾਰਤ ਦੇ ਵਿੱਚ ਇਸ ਦੀ ਕੀ ਪਰਿਭਾਸ਼ਾ ਦਿੱਤੀ ਕਿ ਪਦਾਰਥ ਦਾ ਉਹ ਸੂਖਮਤਮ ਭਾਗ ਜਿਸ ਨੂੰ ਹੋਰ ਭਾਗਾਂ ਵਿੱਚ ਵੰਡਿਆ ਨਾ ਜਾ ਸਕੇ, ਉਸ ਨੂੰ ਪਦਾਰਥ ਦੇ ਭਾਗ ਨੂੰ ਪਰਮਾਣੂ ਕਿਹਾ ਜਾਂਦਾ ਹੈ। ਇਸ ਦੇ ਦੌਰਾਨ ਹੀ ਸਾਇੰਸ ਨੇ ਜਿਵੇਂ ਜਿਵੇਂ ਤਰੱਕੀ ਕੀਤੀ, ਪਰਮਾਣੂ ਨੂੰ, ਪਦਾਰਥ ਦੇ ਨੇਚਰ ਨੂੰ ਸਮਝਣ ਵਾਸਤੇ ਅਲੱਗ-ਅਲੱਗ ਸਾਇੰਸਦਾਨਾਂ ਨੇ ਆਪਦੇ ਵਿਚਾਰ ਅਲੱਗ-ਅਲੱਗ ਸਮੇਂ ਤੇ ਪੇਸ਼ ਕਰਦੇ ਰਹੇ। ਇਸ ਤੋਂ ਬਾਅਦ ਜੋ ਮੁੱਖ ਵਿਚਾਰ ਪੇਸ਼ ਕੀਤੇ ਉਹਨਾਂ ਦਾ ਨਾਮ ਸੀ ਐਂਟੋਨੀ ਲੈਵੋਜ਼ੀਅਰ। ਇਹਨਾਂ ਨੇ 2 ਸਿਧਾਂਤ ਦਿੱਤੇ ਜਿਨ੍ਹਾਂ ਨੇ ਪਰਮਾਣੂ ਨੂੰ ਸਮਝਣ ਦੀ, ਪਦਾਰਥ ਨੂੰ ਸਮਝਣ ਦੀ ਸਾਡੇ ਵਿੱਚ ਬਹੁਤ ਜ਼ਿਆਦਾ ਸਮਰੱਥਾ ਵਧਾ ਦਿੱਤੀ। ਇਹਨਾਂ ਦੇ ਪਹਿਲੇ ਸਿਧਾਂਤ ਦਾ ਨਾਮ ਹੈ ਪੁੰਜ ਸੁਰੱਖਿਆ ਨਿਯਮ। ਵਿਦਿਆਰਥੀਓ, ਮੈਂ ਇੱਥੇ ਤੁਹਾਨੂੰ ਇੱਕ ਗੱਲ ਜ਼ੋਰ ਦੇ ਕੇ ਕਹਿਣਾ ਚਾਹਾਂਗਾ ਕਿ ਸਾਇੰਸ ਵਿੱਚ ਤੁਸੀਂ ਜੋ ਵੀ ਸ਼ਬਦ ਕਰੋਗੇ, ਜੋ ਵੀ ਟੌਪਿਕ ਨਵਾਂ ਸਮਝੋਗੇ, ਉਸ ਦੇ ਸ਼ਬਦ ਦੇ ਅਰਥ ਜ਼ਰੂਰ ਸਮਝ ਲਓ। ਅਗਰ ਤੁਹਾਨੂੰ ਉਸ ਸ਼ਬਦ ਦੇ ਅਰਥ ਸਮਝ ਲੱਗ ਗਏ ਤਾਂ ਸਮਝੋ ਤੁਸੀਂ ਟੌਪਿਕ ਹੀ ਸਮਝ ਲਿਆ। ਜਿਵੇਂ ਪੁੰਜ ਸੁਰੱਖਿਆ ਦਾ ਨਿਯਮ ਕੀ ਹੈ? ਪੁੰਜ ਸੁਰੱਖਿਅਨ, ਇਸ ਦੇ ਨਾਮ ਤੋਂ ਹੀ ਕਲੀਅਰ ਹੈ, ਜਿਸ ਵਿੱਚ ਪੁੰਜ ਸੁਰੱਖਿਆ ਰਵੇ, ਸੁਰੱਖਿਅਤ ਰਵੇ, ਮਤਲਬ ਨਾ ਪੁੰਜ ਖਤਮ ਹੋਏ ਨਾ ਪੁੰਜ ਬਣ ਸਕੇ, ਉਹ ਆਪਣਾ ਵਜੂਦ ਉਵੇਂ ਹੀ ਬਣਾਈ ਰੱਖੇ। ਇਸੇ ਦੇ ਆਧਾਰ ਤੇ ਐਂਟੋਨੀ ਲੈਵੋਜ਼ੀਅਰ ਨੇ ਪਰਮਾਣੂ ਪੁੰਜ ਸੁਰੱਖਿਆ ਨਿਯਮ ਦਾ ਸਿਧਾਂਤ ਦਿੱਤਾ, ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਜਦੋਂ ਕੋਈ 2 ਜਾਂ 2 ਤੋਂ ਵੱਧ ਪਦਾਰਥ ਆਪਸ ਵਿੱਚ ਕਿਰਿਆ ਕਰਦੇ ਹਨ ਅਤੇ ਨਵਾਂ ਪਦਾਰਥ ਬਣਾਉਂਦੇ ਹਨ, ਜੋ ਕਿਰਿਆ ਕਰਨ ਵਾਲੇ ਪਦਾਰਥਾਂ ਨੂੰ ਕਾਰਕ ਕਿਹਾ ਜਾਂਦਾ ਹੈ ਅਤੇ ਨਵੇਂ ਬਣੇ ਪਦਾਰਥ ਨੂੰ ਉਤਪਾਦਕ ਕਿਹਾ ਜਾਂਦਾ ਹੈ। ਉਹਨਾਂ ਨੇ ਪੁੰਜ ਸੁਰੱਖਿਆ ਨਿਯਮ ਦੇ ਸਿਧਾਂਤ ਅਨੁਸਾਰ ਸਾਨੂੰ ਦੱਸਿਆ ਕਿ ਕਾਰਕਾਂ ਵਿੱਚ ਜਿੰਨੇ ਕੁੱਲ ਪਰਮਾਣੂ ਹੁੰਦੇ ਹਨ, ਉਨੇ ਹੀ ਕੁੱਲ ਪਰਮਾਣੂ ਉਤਪਾਦਕ ਵਿੱਚ ਹੋਣਗੇ। ਜਿਵੇਂ ਕਿ ਅਸੀਂ ਚਿੱਤਰ ਵਿੱਚ ਦੇਖ ਰਹੇ ਹਾਂ, ਇਸ ਵਿੱਚ ਇੱਕ ਰਿਐਕਸ਼ਨ ਦਿਖਾਈ ਗਈ ਹੈ, ਚਿੱਤਰ ਵਿੱਚ ਦੇਖ ਰਹੇ ਹੋ ਤੁਸੀਂ। ਇਸ ਵਿੱਚ ਮਿਥੇਨ ਅਤੇ ਆਕਸੀਜਨ ਦੀ ਕਿਰਿਆ ਹੋ ਰਹੀ ਹੈ। ਮਿਥੇਨ ਜੋ ਅਸੀਂ ਸਿਲੰਡਰ ਵਿੱਚ, ਘਰਾਂ ਵਿੱਚ ਆਮ ਯੂਜ਼ ਕਰਦੇ ਹਾਂ, ਉਹ ਗੈਸ ਹੈ, ਅਤੇ ਆਕਸੀਜਨ ਜਦ ਅਸੀਂ ਉਸ ਨੂੰ ਅੱਗ ਲਗਾਉਂਦੇ ਹਾਂ, ਚੁੱਲ੍ਹੇ ਨੂੰ ਲਾਈਟਰ ਨਾਲ ਜਲਾਉਂਦੇ ਹਾਂ ਤੇ ਆਕਸੀਜਨ ਨਾਲ ਕਿਰਿਆ ਸ਼ੁਰੂ ਹੋ ਜਾਂਦੀ ਹੈ। ਇਸ ਵਿੱਚ ਕਾਰਕ ਕੀ ਨੇ? ਮਿਥੇਨ ਅਤੇ ਆਕਸੀਜਨ। ਇਸ ਵਿੱਚ ਅਸੀਂ ਦੇਖ ਰਹੇ ਹਾਂ ਕਿਰਿਆ ਵਿੱਚ ਕਾਰਕ ਕਾਰਬਨ ਦੇ 1 ਪਰਮਾਣੂ ਹੈ, ਹਾਈਡਰੋਜਨ ਦੇ 4 ਪਰਮਾਣੂ ਅਤੇ ਆਕਸੀਜਨ ਦੇ ਵੀ 4 ਪਰਮਾਣੂ ਹਨ। ਇਸ ਤੋਂ ਪੈਦਾ ਹੋ ਰਹੇ ਉਤਪਾਦਕ ਕਿਹੜੇ ਹਨ? ਕਾਰਬਨ ਡਾਈਆਕਸਾਈਡ ਅਤੇ ਪਾਣੀ। ਉਤਪਾਦਕ ਦੇ ਪਰਮਾਣੂਆਂ ਵੱਲ ਜਦ ਅਸੀਂ ਧਿਆਨ ਦਿੰਦੇ ਹਾਂ ਤਾਂ ਇਸ ਦੇ ਵਿੱਚ ਵੀ ਕਾਰਬਨ ਦਾ 1 ਪਰਮਾਣੂ ਹੈ, ਹਾਈਡਰੋਜਨ ਦੇ 4 ਪਰਮਾਣੂ ਹਨ ਅਤੇ ਆਕਸੀਜਨ ਦੇ ਵੀ 4 ਪਰਮਾਣੂ ਹਨ। ਜਦੋਂ ਅਸੀਂ ਇਕੱਲੇ ਪ੍ਰਕਾਰ ਦੇ ਪਰਮਾਣੂਆਂ ਦੀ ਸੰਖਿਆ ਦਾ ਵਿਸ਼ਲੇਸ਼ਣ ਅਸੀਂ ਜਾਂ ਉਸ ਦੀ ਤੁਲਨਾ ਉਤਪਾਦਕ ਦੇ ਪਰਮਾਣੂਆਂ ਨਾਲ ਕਰਦੇ ਹਾਂ ਤੇ ਅਸੀਂ ਦੇਖਦੇ ਹਾਂ ਇਹ ਸਮਾਨ ਹੈ। ਹਾਂ, ਇਹ ਗੱਲ ਅਲੱਗ ਹੈ ਕਿ ਇੱਥੇ ਕਾਰਬਨ ਹਾਈਡਰੋਜਨ ਦੇ ਨਾਲ ਅਟੈਚ ਹੈ, ਪਰ ਉਤਪਾਦਕ ਵਿੱਚ ਕਾਰਬਨ ਆਕਸੀਜਨ ਨਾਲ ਅਟੈਚ ਹੋ ਗਈ। ਕਹਿਣ ਦਾ ਭਾਵ ਅਸੀਂ ਇੱਕ ਪਰਮਾਣੂ ਨੂੰ ਤੋੜ ਕੇ ਦੂਸਰੇ ਕਿਸਮ ਦੇ ਪਰਮਾਣੂ ਨਾਲ
ਜੋੜ ਸਕਦੇ ਹਾਂ, ਨਵਾਂ ਤੱਤ ਬਣਾ ਸਕਦੇ ਹਾਂ, ਪਰ ਅਸੀਂ ਪਰਮਾਣੂਆਂ ਦੀ ਸੰਖਿਆ ਨੂੰ ਜਾਂ ਪਰਮਾਣੂਆਂ ਨੂੰ ਨਾ ਪੈਦਾ ਕਰ ਸਕਦੇ ਹਾਂ, ਨਾ ਹੀ ਖਤਮ ਕਰ ਸਕਦੇ ਹਾਂ। ਇਹ ਸੀ ਲੈਵੋਜ਼ੀਅਰ ਜੀ ਦਾ ਪਹਿਲਾ ਸਿਧਾਂਤ। ਇਸੇ ਦੇ ਆਧਾਰ ਤੇ ਇਹਨਾਂ ਨੇ ਦੂਸਰਾ ਸਿਧਾਂਤ ਦਿੱਤਾ, ਜਿਸ ਦਾ ਨਾਮ ਸੀ ਸਥਿਰ ਅਨੁਪਾਤ ਦਾ ਸਿਧਾਂਤ। ਸਥਿਰ ਅਨੁਪਾਤ ਦਾ ਸਿਧਾਂਤ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ, ਅਗਰ ਤੁਸੀਂ ਨਾਮ ਨੂੰ ਚੰਗੀ ਤਰ੍ਹਾਂ ਸਮਝ ਲਓਗੇ ਤਾਂ ਤੁਹਾਨੂੰ ਟੌਪਿਕ ਆਪਣੇ ਆਪ ਸਮਝ ਲੱਗ ਜਾਏਗਾ। ਸਥਿਰ ਅਨੁਪਾਤ, ਸਥਿਰ ਮਤਲਬ ਜੋ ਬਦਲੇ ਨਾ, ਅਨੁਪਾਤ ਮਤਲਬ ਉਹਨਾਂ ਦੀ ਰੇਸ਼ੋ ਜਾਂ ਉਹਨਾਂ ਦੇ ਬਣਾਉਣ ਵਾਲਾ ਪਦਾਰਥ। ਜਦ ਕਿਸੇ ਚੀਜ਼ ਨੂੰ ਬਣਾਉਣ ਵਾਲਾ ਪਦਾਰਥ ਉਨੀ ਹੀ ਰੇਸ਼ੋ ਵਿੱਚ ਰਵੇ, ਉਨੇ ਹੀ ਪੁੰਜ ਜਾਂ ਅਨੁਪਾਤ ਵਿੱਚ ਰਵੇ, ਤਾਂ ਉਸ ਨੂੰ ਕਹਿ ਸਕਦੇ ਹਾਂ ਸਥਿਰ ਅਨੁਪਾਤ। ਇਸ ਦੀ ਉਦਾਹਰਨ ਦੇ ਤੌਰ ਤੇ ਅਸੀਂ ਦੇਖ ਸਕਦੇ ਹਾਂ, ਅਸੀਂ ਪਾਣੀ ਪੀਂਦੇ ਹਾਂ, ਕੁਝ ਬੱਚੇ ਨਲਕੇ ਤੋਂ ਪਾਣੀ ਪੀਂਦੇ ਆ, ਕੁਝ ਟੈਪ ਤੋਂ ਪਾਣੀ ਪੀਂਦੇ ਆ, ਘਰਾਂ ਵਿੱਚ ਅਸੀਂ ਮੋਟਰ ਵੀ ਯੂਜ਼ ਕਰਦੇ ਹਾਂ, ਸਕੂਲਾਂ 'ਚ ਮੋਟਰ ਯੂਜ਼ ਕਰਦੇ ਹਾਂ। ਅੱਜ ਕੱਲ੍ਹ ਬਾਰਿਸ਼ਾਂ ਦਾ ਦਿਨ ਹੈ, ਬਾਰਿਸ਼ ਦਾ ਪਾਣੀ ਵੀ ਦੇਖ ਰਹੇ ਹਾਂ, ਨਹਿਰਾਂ ਦੇ ਵਿੱਚ ਵੀ ਪਾਣੀ ਹੈ। ਜੇ ਤੁਸੀਂ ਪਾਣੀ ਦਾ ਸੈਂਪਲ ਇਹਨਾਂ ਕਿਤੇ ਵੀ ਸੋਰਸਿਸ ਤੋਂ ਲੈ ਲਓਗੇ ਤਾਂ ਉਸ ਦੀ ਸਾਇੰਟੀਫਿਕ ਢੰਗ ਨਾਲ ਤੁਲਨਾ ਕਰਕੇ ਦੇਖੋਗੇ ਤਾਂ ਉਹ ਸਾਰੇ ਹੀ ਪਾਣੀ ਦੇ ਅਣੂਆਂ ਦੇ ਵਿੱਚ ਅਸੀਂ ਦੇਖਾਂਗੇ ਕਿ ਉਸ ਵਿੱਚ ਇੱਕ ਅਣੂ ਪਾਣੀ ਦੇ ਵਿੱਚ 8 ਗ੍ਰਾਮ ਆਕਸੀਜਨ ਅਤੇ 1 ਗ੍ਰਾਮ ਹਾਈਡਰੋਜਨ ਹੋਵੇਗੀ। ਇਹ ਰੂਲ ਸਾਰੇ ਤੱਤਾਂ ਤੇ ਹੀ ਅਪਲਾਈ ਹੁੰਦਾ ਹੈ, ਚਾਹੇ ਉਹ ਪਾਣੀ ਹੈ, ਚਾਹੇ ਨਮਕ ਹੈ, ਚਾਹੇ ਗਲੂਕੋਜ਼ ਹੈ, ਚਾਹੇ ਸਾਡੇ ਸਰੀਰ ਵਿੱਚ ਮੌਜੂਦ ਤੱਤ ਹਨ। ਇਸ ਤੋਂ ਬਾਅਦ ਸ਼ੁਰੂ ਹੋਇਆ ਸਮਾਂ ਡਾਲਟਨ ਦਾ। ਡਾਲਟਨ ਨੇ ਕੀ ਕੀਤਾ, ਆਪਣੇ ਤੋਂ ਪਹਿਲਾਂ ਜਿੰਨੀ ਖੋਜ ਹੋ ਚੁੱਕੀ ਸੀ ਉਸ ਨੂੰ ਇੱਕ ਲੜੀਬੱਧ ਢੰਗ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪਦੇ ਵਿਚਾਰ ਨਾਲ ਜੋੜ ਦਿੱਤੇ। ਉਹਨਾਂ ਨੇ ਜੋ ਸਿਧਾਂਤ ਪੇਸ਼ ਕੀਤੇ ਉਸ ਨੂੰ ਅਸੀਂ ਡਾਲਟਨ ਦੇ ਪਰਮਾਣੂ ਸਿਧਾਂਤ ਨਾਲ ਜਾਣਦੇ ਹਾਂ। ਇਹਨਾਂ ਨੇ ਰਿਸ਼ੀ ਕਨਾਦ ਜੀ, ਲੈਵੋਜ਼ੀਅਰ ਜੀ ਅਤੇ ਹੋਰ ਵਿਗਿਆਨੀਆਂ ਨੇ ਜੋ ਪਰਮਾਣੂ ਬਾਰੇ ਸਿਧਾਂਤ ਦਿੱਤੇ ਸਨ, ਉਹਨਾਂ ਨੂੰ ਲੜੀਬੱਧ ਕਰ ਦਿੱਤਾ ਅਤੇ ਡਾਲਟਨ ਦੇ ਪਰਮਾਣੂ ਸਿਧਾਂਤ ਦਾ ਨਿਰਮਾਣ ਹੋਇਆ। ਦੇਖਦੇ ਹਾਂ ਡਾਲਟਨ ਦਾ ਪਰਮਾਣੂ ਸਿਧਾਂਤ ਕੀ ਹੈ। ਜਿਵੇਂ ਕਿ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ ਕਿ ਸਾਰੇ ਪਦਾਰਥ ਪਹਿਲੇ ਸਿਧਾਂਤ ਦੇ ਅਨੁਸਾਰ, ਪਹਿਲੇ ਪੁਆਇੰਟ ਦੇ ਅਨੁਸਾਰ, ਸਾਰੇ ਪਦਾਰਥ, ਚਾਹੇ ਉਹ ਧਾਤ ਹੈ, ਚਾਹੇ ਅਧਾਤ, ਚਾਹੇ ਪਾਣੀ, ਚਾਹੇ ਮੇਰਾ ਸਰੀਰ, ਚਾਹੇ ਲੱਕੜ, ਚਾਹੇ ਤੁਹਾਡੇ ਹੱਥ ਵਿੱਚ ਪਕੜੇ ਪੈਨ, ਕਾਪੀਆਂ, ਚੇਅਰ, ਬੈਂਚ ਜਿਸ ਤੇ ਤੁਸੀਂ ਬੈਠਦੇ ਹੋ, ਡਸਟਰ, ਚਾਕ, ਇਹ ਸਾਰੇ ਕਿਸ ਤੋਂ ਮਿਲ ਕੇ ਬਣੇ ਹਨ? ਪਰਮਾਣੂ ਤੋਂ। ਹਾਂ, ਇਹ ਗੱਲ ਅਲੱਗ ਹੈ ਕਿ ਪਰਮਾਣੂ ਦਾ ਸਾਈਜ਼ ਛੋਟਾ ਹੋਣ ਕਰਕੇ ਅਸੀਂ ਉਸ ਨੂੰ ਦੇਖ ਨਹੀਂ ਸਕਦੇ। ਜਿਵੇਂ ਕਿ ਇੱਕ ਸ਼ੀਟ, ਕਾਗਜ਼ ਦੀ ਸ਼ੀਟ ਜਿਸ ਉੱਪਰ ਤੁਸੀਂ ਲਿਖਦੇ ਹੋ, ਇਸ ਸ਼ੀਟ ਦੀ ਮੋਟਾਈ ਜਿੰਨੇ ਪਰਮਾਣੂ ਲੱਖਾਂ ਦੀ ਗਿਣਤੀ ਵਿੱਚ ਜੁੜਨ ਤਾਂ ਇਹਦੀ ਮੋਟਾਈ ਬਣਦੀ ਹੈ। ਕਹਿਣ ਦਾ ਮਤਲਬ ਇਹ ਬਹੁਤ ਹੀ ਬਰੀਕ ਹੁੰਦੇ ਹਨ, ਅਸੀਂ ਉਸ ਨੂੰ ਆਪਣੀ ਅੱਖ ਨਾਲ ਨਹੀਂ ਦੇਖ ਸਕਦੇ। ਇਹਨਾਂ ਨੇ, ਡਾਲਟਨ ਜੀ ਨੇ ਕਿਹਾ ਕਿ ਪਹਿਲਾ ਪੁਆਇੰਟ ਇਹਨਾਂ ਦਾ ਸੀ, ਦੁਨੀਆ ਦੇ ਸਾਰੇ ਹੀ ਪਦਾਰਥ ਕਿਸ ਤੋਂ ਮਿਲ ਕੇ ਬਣੇ ਹਨ? ਪਰਮਾਣੂ ਤੋਂ। ਇਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਪਰਮਾਣੂ ਨੂੰ ਹੋਰ ਛੋਟੇ ਭਾਗਾਂ ਵਿੱਚ ਨਹੀਂ ਵੰਡਿਆ ਜਾ ਸਕਦਾ। ਪਰਮਾਣੂ ਦਾ ਆਕਾਰ ਬਹੁਤ ਜ਼ਿਆਦਾ ਸੂਖਮ ਹੋਣ ਕਰਕੇ ਅਸੀਂ ਇਸ ਨੂੰ ਹੋਰ ਭਾਗਾਂ ਵਿੱਚ ਨਹੀਂ ਵੰਡ ਸਕਦੇ। ਇਹ ਨਾ ਵੰਡਣ ਯੋਗ ਹੈ। ਜਿਵੇਂ ਕਿ ਅਸੀਂ ਦੇਖ ਚੁੱਕੇ ਹਾਂ, ਅਗਰ ਜੇ ਤੁਹਾਨੂੰ ਪਰਮਾਣੂ ਨੂੰ ਇੰਗਲਿਸ਼ ਦੇ ਵਿੱਚ ਐਟਮ ਵੀ ਕਹਿੰਦੇ ਹਨ। ਐਟਮ ਸ਼ਬਦ ਗ੍ਰੀਕ ਭਾਸ਼ਾ ਦਾ ਹੈ। ਅਗਰ ਸਾਨੂੰ ਐਟਮ ਸ਼ਬਦ ਦਾ ਅਰਥ ਪਤਾ ਲੱਗ ਜਾਏ ਤਾਂ ਅਸੀਂ ਪਰਮਾਣੂ ਦੀ ਪਰਿਭਾਸ਼ਾ ਦੱਸ ਸਕਦੇ ਹਾਂ। ਇਸੇ ਦੇ ਆਧਾਰ ਤੇ ਡਾਲਟਨ ਨੇ ਕਿਹਾ ਕਿ ਪਰਮਾਣੂ ਨਾ ਵੰਡਣ ਯੋਗ ਪਦਾਰਥ ਹੈ, ਭਾਵ ਐਟਮ ਦਾ ਮੀਨਿੰਗ ਹੀ ਉਹਨਾਂ ਨੇ ਉਸ ਤੋਂ ਨਿਕਾਲਿਆ ਕਿ ਨਾ ਵੰਡਣ ਯੋਗ ਪਦਾਰਥ। ਤੀਸਰੇ ਪੁਆਇੰਟ ਵਿੱਚ ਇਹਨਾਂ ਨੇ ਕਿਹਾ ਕਿ ਜਦ ਅਸੀਂ ਇੱਕ ਹੀ ਤੱਤ ਦੇ ਪਰਮਾਣੂ ਦੇਖਦੇ ਹਾਂ, ਇੱਕ ਹੀ ਤੱਤ ਦਾ ਮਤਲਬ ਉਹ ਤੱਤ ਆਪਣੇ ਆਪ ਵਿੱਚ ਇੱਕ ਹੀ ਤਰ੍ਹਾਂ ਦੇ ਪਰਮਾਣੂਆਂ ਤੋਂ ਬਣਿਆ ਹੋਣਾ ਚਾਹੀਦਾ ਹੈ। ਜਿਵੇਂ ਕਿ ਧਾਤਾਂ ਜਿੰਨੀਆਂ ਵੀ ਹਨ, ਸੋਨਾ, ਚਾਂਦੀ, ਲੋਹਾ, ਇਹ ਸਾਰੀਆਂ ਧਾਤਾਂ ਦੇ ਜਦੋਂ ਇੱਕ ਹੀ ਧਾਤ ਦੇ ਅਸੀਂ ਪਰਮਾਣੂਆਂ ਦੀ ਤੁਲਨਾ ਕਰਕੇ ਦੇਖਦੇ ਹਾਂ, ਜਿਵੇਂ ਕਿ ਤੁਸੀਂ ਸੋਨੇ ਦਾ ਕੋਈ ਵੀ ਪੀਸ ਲੈ ਲਓ, ਚਾਹੇ ਉਹ ਆਪਣੇ ਘਰ ਤੋਂ ਲੈ ਲਓ, ਚਾਹੇ ਬਾਹਰਲੇ ਦੇਸ਼ ਤੋਂ ਮੰਗਾ ਲਓ, ਚਾਹੇ ਕਿਤੋਂ ਵੀ ਹੋਰ ਮੰਗਾ ਲਓ, ਜਦ ਉਸਦੇ ਪਰਮਾਣੂਆਂ ਦੀ ਅਸੀਂ ਗੁਣਾਂ ਦੀ ਤੁਲਨਾ ਕਰਾਂਗੇ ਤਾਂ ਉਸਦੇ ਸਾਰੇ ਗੁਣ ਸਮਾਨ ਹੋਣਗੇ, ਉਹਦੇ ਗੁਣਾਂ ਵਿੱਚ ਕੋਈ ਵੀ ਬਦਲਾਅ ਨਹੀਂ ਹੋਏਗਾ। ਭਾਵ ਦਿੱਤੇ ਗਏ ਤੱਤ ਦੇ ਪਰਮਾਣੂਆਂ ਦਾ ਪੁੰਜ ਅਤੇ ਰਸਾਇਣਿਕ ਗੁਣ ਹਮੇਸ਼ਾ ਸਮਾਨ ਰਹਿਣਗੇ, ਉਹਨਾਂ ਦਾ ਆਪਸ ਵਿੱਚ ਕਦੇ ਵੀ ਬਦਲਾਅ ਨਹੀਂ ਹੋਏਗਾ। ਇੱਕ ਹੀ ਤੱਤ ਦੇ ਪਰਮਾਣੂ ਦੀ ਆਪਾਂ ਗੱਲ ਕਰ ਰਹੇ ਹਾਂ। ਇਸੇ ਪੁਆਇੰਟ ਦੇ ਉਲਟ ਸੈਕਿੰਡ ਪੁਆਇੰਟ ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਵੱਖ-ਵੱਖ ਤੱਤਾਂ ਦੇ ਪਰਮਾਣੂਆਂ ਦੀ ਤੁਲਨਾ ਕਰਦੇ ਹਾਂ, ਭਾਵ ਸੋਨੇ ਦੇ
ਪਰਮਾਣੂਆਂ ਨੂੰ ਅਸੀਂ ਚਾਂਦੀ ਦੇ ਪਰਮਾਣੂਆਂ ਨਾਲ ਤੁਲਨਾ ਕਰੀਏ ਜਾਂ ਚਾਂਦੀ ਦੇ ਪਰਮਾਣੂਆਂ ਨੂੰ ਅਸੀਂ ਆਕਸੀਜਨ ਦੇ ਪਰਮਾਣੂਆਂ ਨਾਲ ਤੁਲਨਾ ਕਰੀਏ ਜਾਂ ਕੋਈ ਵੀ ਦੋ ਤੱਤ ਹੋਰ ਲੈ ਕੇ ਅਸੀਂ ਉਹਨਾਂ ਦੇ ਪਰਮਾਣੂਆਂ ਦੀ ਤੁਲਨਾ ਕਰਦੇ ਹਾਂ ਤਾਂ ਉਹਨਾਂ ਦੇ ਗੁਣ ਕਦੀ ਵੀ ਇੱਕ ਸਮਾਨ ਨਹੀਂ ਹੋਣਗੇ। ਭਾਵ ਉਹਨਾਂ ਦੇ ਪਰਮਾਣੂ ਪੁੰਜ ਅਤੇ ਰਸਾਇਣਿਕ ਗੁਣ ਉਸ ਦੇ ਸਾਰੇ ਗੁਣ ਵੱਖਰੇ ਵੱਖਰੇ ਹੋਣਗੇ। ਇਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਪਰਮਾਣੂ ਜਿਹੜੇ ਅਲੱਗ-ਅਲੱਗ ਤੱਤਾਂ ਦੇ ਹੋ ਸਕਦੇ ਹਨ ਉਹ ਆਪਸ ਵਿੱਚ ਜੁੜ ਕੇ ਕਿਰਿਆ ਕਰਦੇ ਹਨ। ਉਹ ਆਪਸ ਵਿੱਚ ਜੁੜ ਕੇ ਕਿਰਿਆ ਕਰਦੇ ਹਨ। ਇਹ ਕਿਰਿਆ ਕਿਵੇਂ ਕਰਦੇ ਹਨ? ਉਹ ਆਪਣੀ ਜ਼ਰੂਰਤ ਦੇ ਅਨੁਸਾਰ, ਜਿਵੇਂ ਕਿ ਕਲਾਸ ਦੇ ਵਿੱਚ ਤੁਸੀਂ ਸਾਰੇ ਵਿਦਿਆਰਥੀ ਪੜ੍ਹਦੇ ਹੋ, ਤੁਸੀਂ ਆਪਦੇ ਦੋਸਤ ਬਣਾਏ ਹੋਏ ਹਨ। ਅਲੱਗ-ਅਲੱਗ ਵਿਦਿਆਰਥੀਆਂ ਦੇ ਅਲੱਗ-ਅਲੱਗ ਦੋਸਤ ਹੁੰਦੇ ਹਨ। ਇਸੇ ਤਰ੍ਹਾਂ ਹੁਣ ਤੱਕ ਲਗਭਗ 118 ਤਰ੍ਹਾਂ ਦੇ ਪਰਮਾਣੂਆਂ ਦੀ ਖੋਜ ਹੋ ਚੁੱਕੀ ਹੈ। ਉਹ 118 ਤਰ੍ਹਾਂ ਦੇ ਪਰਮਾਣੂ ਆਪਣੀ ਸਹੂਲਤ ਦੇ ਅਨੁਸਾਰ ਆਪਣੇ ਪਸੰਦ ਦੇ ਅਲੱਗ-ਅਲੱਗ ਪਰਮਾਣੂਆਂ ਨਾਲ ਜੁੜ ਕੇ ਅਣੂ ਦਾ ਨਿਰਮਾਣ ਜਾਂ ਯੌਗਿਕ ਦਾ ਨਿਰਮਾਣ ਕਰਦੇ ਹਨ। ਉਹ ਯੌਗਿਕ ਦੇ ਗੁਣ ਜਿਸ ਤੱਤ ਤੋਂ ਪਰਮਾਣੂ ਬਣੇ ਹਨ ਉਸ ਤੋਂ ਬਿਲਕੁਲ ਹੀ ਭਿੰਨ ਹੁੰਦੇ ਹਨ। ਉਦਾਹਰਨ ਦੇ ਤੌਰ ਤੇ ਅਸੀਂ ਦੇਖੀਏ ਕਿ ਪਾਣੀ ਦੋ ਪਰਮਾਣੂਆਂ ਤੋਂ ਮਿਲ ਕੇ ਬਣਿਆ ਹੈ, ਇੱਕ ਆਕਸੀਜਨ ਦੇ ਪਰਮਾਣੂ ਅਤੇ ਇੱਕ ਹਾਈਡਰੋਜਨ ਦੇ ਪਰਮਾਣੂ। ਇਹ ਬੜੀ ਵਿਚਿੱਤਰ ਚੀਜ਼ ਹੈ ਕਿ ਹਾਈਡਰੋਜਨ ਨੂੰ ਜਦੋਂ ਅੱਗ ਲੱਗ ਜਾਏ ਤਾਂ ਉਸ ਨੂੰ ਕੰਟਰੋਲ ਕਰਨਾ ਬਿਲਕੁਲ ਹੀ ਔਖਾ ਹੈ। ਦੁਨੀਆ ਵਿੱਚ ਸਭ ਤੋਂ ਜ਼ਿਆਦਾ ਖਤਰਨਾਕ ਜੇ ਕੋਈ ਹਥਿਆਰ ਹੈ ਤਾਂ ਉਹ ਹਾਈਡਰੋਜਨ ਬੰਬ ਹੀ ਹੈ ਅਤੇ ਉਸ ਨੂੰ ਅੱਗ ਲੱਗਣ ਦੇ ਲਈ ਜੋ ਜ਼ਰੂਰੀ ਤੱਤ ਦੀ ਜ਼ਰੂਰਤ ਹੈ ਉਹ ਹੈ ਆਕਸੀਜਨ। ਇਹ ਦੇਖੋ ਤੁਸੀਂ, ਦੋਨੋਂ ਤੱਤ ਹਾਜ਼ਰ ਹੋਣ ਦੇ ਬਾਵਜੂਦ ਪਾਣੀ ਅੱਗ ਨਾ ਲਾਉਣ ਦੇ ਉਲਟ ਅਸੀਂ ਇਸ ਨੂੰ ਅੱਗ ਬੁਝਾਉਣ ਦੇ ਲਈ ਵਰਤਦੇ ਹਾਂ। ਇਸ ਕਰਕੇ ਡਾਲਟਨ ਦੇ ਸਿਧਾਂਤ ਅਨੁਸਾਰ ਦੋ ਤੱਤਾਂ ਦੇ ਪਰਮਾਣੂ ਆਪਸ ਵਿੱਚ ਇੱਕ ਪੂਰਨ ਸੰਖਿਆ ਦੇ ਰੂਪ ਵਿੱਚ ਜੁੜ ਕੇ ਇੱਕ ਨਵਾਂ ਪਦਾਰਥ ਬਣਾ ਦਿੰਦੇ ਹਨ ਜਿਸ ਨੂੰ ਯੌਗਿਕ ਆਖਦੇ ਹਨ ਅਤੇ ਇਸ ਯੌਗਿਕ ਦੇ ਗੁਣ ਇਸ ਤੋਂ ਬਣਨ ਵਾਲੇ ਪਰਮਾਣੂਆਂ ਤੋਂ ਬਿਲਕੁਲ ਹੀ ਭਿੰਨ ਹੁੰਦੇ ਹਨ। ਜਿਵੇਂ ਕਿ ਅਸੀਂ ਪਾਣੀ ਦੀ ਉਦਾਹਰਨ ਦੇਖੀ, ਇਸ ਨੂੰ ਜਿਹੜੀ ਸੂਰਜ ਵਿੱਚੋਂ ਗਰਮੀ ਮਿਲ ਰਹੀ ਹੈ ਉਹ ਸਾਨੂੰ ਹਾਈਡਰੋਜਨ ਗੈਸ ਕਰਕੇ ਮਿਲ ਰਹੀ ਹੈ, ਹਾਈਡਰੋਜਨ ਦੇ ਅਣੂਆਂ ਤੋਂ ਪਰਮਾਣੂਆਂ ਤੋਂ ਮਿਲ ਰਹੀ ਹੈ ਤੇ ਆਕਸੀਜਨ ਅੱਗ ਲਗਾਉਣ ਲਈ ਜ਼ਰੂਰੀ ਹੈ। ਪਰ ਫਿਰ ਵੀ ਇਸ ਦੇ ਉਲਟ ਜਦੋਂ ਇਹ ਦੋਨੋਂ ਮਿਲ ਜਾਂਦੇ ਹਨ ਤੇ ਇਹਨਾਂ ਦਾ ਸੁਭਾਅ ਦੇਖੋ ਕਿੰਨਾ ਚੇਂਜ ਹੋ ਜਾਂਦਾ ਹੈ। ਇਹ ਅੱਗ ਲਗਾਉਣ ਦੇ ਨਹੀਂ ਲਈ ਸਗੋਂ ਅੱਗ ਬੁਝਾਉਣ ਦੇ ਕੰਮ ਆਉਂਦੇ ਹਨ। ਇਸੇ ਤਰ੍ਹਾਂ ਅਲੱਗ-ਅਲੱਗ ਤੱਤਾਂ ਦੇ ਪਰਮਾਣੂ ਜਦ ਆਪਸ ਵਿੱਚ ਜੁੜ ਜਾਂਦੇ ਹਨ, ਗਲੂਕੋਜ਼ ਉਸ ਤੋਂ ਬਣਦਾ ਹੈ, ਕਾਰਬਨ ਡਾਈਆਕਸਾਈਡ ਉਸ ਤੋਂ ਬਣਦੀ ਹੈ, ਨਾਈਟ੍ਰੋਜਨ ਡਾਈਆਕਸਾਈਡ ਉਸ ਤੋਂ ਬਣਦੀ ਹੈ ਅਤੇ ਅਲੱਗ-ਅਲੱਗ ਜੋ ਵੀ ਪਦਾਰਥ ਅਸੀਂ ਦੇਖਦੇ ਹਾਂ ਉਹ ਵੱਖ-ਵੱਖ ਪਰਮਾਣੂਆਂ ਦੇ ਆਪਸ ਵਿੱਚ ਜੁੜਨ ਤੋਂ ਬਾਅਦ ਬਣਦੀ ਹੈ। ਹੁਣ ਦੇਖ ਚੁੱਕੇ ਹਾਂ ਕਿ ਅਸੀਂ ਕੁੱਲ ਪਰਮਾਣੂ ਲਗਭਗ ਦੁਨੀਆ ਵਿੱਚ 118 ਪਰਮਾਣੂਆਂ ਦੀ ਖੋਜ ਹੋ ਚੁੱਕੀ ਹੈ। ਇਹਨਾਂ 118 ਪਰਮਾਣੂਆਂ ਨੂੰ ਸਮਝਣ ਦੇ ਲਈ ਸਾਨੂੰ ਬਹੁਤ ਮਿਹਨਤ ਕਰਨੀ ਪੈਣੀ ਸੀ, ਪਰ ਸਾਡੀ ਮਿਹਨਤ ਆਸਾਨ ਕਰ ਦਿੱਤੀ ਕਿਉਂਕਿ ਇਹਨਾਂ ਪਰਮਾਣੂਆਂ ਨੂੰ ਲੜੀਬੱਧ ਕਰ ਦਿੱਤਾ ਗਿਆ। ਜਿਵੇਂ ਕਿ ਇੱਕ ਕਲਾਸ ਦੇ ਵਿੱਚ ਅਸੀਂ ਬੱਚਿਆਂ ਨੂੰ ਜਦੋਂ ਉਹਨਾਂ ਦੀ ਕੱਲੇ ਸਟੂਡੈਂਟ ਨੂੰ ਸਮਝਣਾ ਹੋਵੇ ਤਾਂ ਅਸੀਂ ਉਹਨਾਂ ਨੂੰ ਲੜੀਬੱਧ ਕਰ ਦਿੰਦੇ ਹਾਂ। ਜਿਵੇਂ ਕਿ ਕੋਈ ਵੀ ਅਧਿਆਪਕ ਤੁਹਾਡੀ ਕਲਾਸ ਵਿੱਚ ਆਉਂਦਾ ਹੈ, ਸਭ ਤੋਂ ਪਹਿਲੇ ਲੈਕਚਰ ਵਿੱਚ ਤੁਹਾਡੀ ਅਟੈਂਡੈਂਸ ਲੱਗਦੀ ਹੈ। ਅਟੈਂਡੈਂਸ ਲੱਗਣ ਕਿਸ ਤਰ੍ਹਾਂ ਲੱਗਦੀ ਹੈ? ਅਧਿਆਪਕ ਤੁਹਾਡੇ ਰੋਲ ਨੰਬਰ ਬੋਲਦੇ ਹਨ। ਇਸ ਤੋਂ ਕੋਈ ਵੀ ਭੁਲੇਖਾ ਨਹੀਂ ਰਹਿੰਦਾ। ਕਿਸੇ ਵੀ ਵਿਦਿਆਰਥੀ ਨੂੰ ਦੋ ਰੋਲ ਨੰਬਰ ਸੇਮ ਇੱਕੋ ਜਿਹੇ ਨਹੀਂ ਇਸ਼ੂ ਹੁੰਦੇ। ਇਸੇ ਤਰ੍ਹਾਂ ਹੀ ਤੱਤਾਂ ਦੇ ਵਿੱਚ ਵੀ ਇਹਨਾਂ ਨੂੰ ਇੱਕ ਰੋਲ ਨੰਬਰ ਜਾਰੀ ਕੀਤਾ ਗਿਆ, ਪਰ ਉਸ ਰੋਲ ਨੰਬਰ ਦਾ ਨਾਮ ਬਦਲ ਕੇ ਉਸ ਨੂੰ ਪਰਮਾਣੂ ਸੰਖਿਆ ਰੱਖ ਦਿੱਤਾ ਗਿਆ। ਹਰ ਤੱਤ ਨੂੰ ਇੱਕ ਪਰਮਾਣੂ ਸੰਖਿਆ ਦਿੱਤੀ ਗਈ। ਇਸ ਵਿੱਚ ਦੇਖ ਰਹੇ ਹਾਂ ਅਸੀਂ ਪਹਿਲਾ ਸੰਖਿਆ ਜਾਂ ਪਹਿਲਾ, ਜਿਸ ਨੂੰ ਤੁਹਾਡੀ ਭਾਸ਼ਾ ਵਿੱਚ ਰੋਲ ਨੰਬਰ ਵੀ ਕਹਿ ਸਕਦੇ ਹਾਂ, ਪਹਿਲੀ ਪਰਮਾਣੂ ਸੰਖਿਆ ਕਿਸ ਦੀ ਹੈ? ਹਾਈਡਰੋਜਨ ਦੀ। ਆਓ ਅਸੀਂ ਹੁਣ ਦੇਖਦੇ ਹਾਂ ਕਿ ਹਾਈਡਰੋਜਨ ਦਾ ਪਰਮਾਣੂ ਕਿਸ ਤਰ੍ਹਾਂ ਦਾ ਹੁੰਦਾ ਹੈ। ਇਹ ਦੇਖ ਰਹੇ ਹਾਂ ਅਸੀਂ ਹਾਈਡਰੋਜਨ ਦੇ ਪਰਮਾਣੂ ਦਾ ਮਾਡਲ। ਹਾਈਡਰੋਜਨ ਦੀ ਪਰਮਾਣੂ ਸੰਖਿਆ ਤੁਸੀਂ ਦੇਖ ਸਕਦੇ ਹੋ ਕਿ 1 ਹੈ। ਇਹ ਇੱਕ ਸੰਖਿਆ ਇਸ ਦੇ ਗੁਣਾਂ ਦੇ ਆਧਾਰ ਤੇ ਦਿੱਤੀ ਗਈ ਹੈ। ਇਸ ਜਿਵੇਂ ਕਲਾਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜੋ ਐਡਮਿਸ਼ਨ ਪਹਿਲਾਂ ਹੋ ਜਾਂਦੀ ਹੈ ਉਸ ਨੂੰ 1 ਰੋਲ ਨੰਬਰ, ਬਾਅਦ 'ਚ 2 ਰੋਲ ਨੰਬਰ, ਫਿਰ 3 ਰੋਲ ਨੰਬਰ, ਪਰ ਪਰਮਾਣੂਆਂ ਵਿੱਚ ਇਸ ਤਰ੍ਹਾਂ ਨਹੀਂ ਹੈ। ਪਰਮਾਣੂਆਂ ਨੂੰ ਉਹਨਾਂ ਦੀ ਸੰਖਿਆ ਉਹਨਾਂ ਦੇ ਗੁਣਾਂ ਦੇ ਆਧਾਰ ਤੇ ਹੀ ਦਿੱਤੀ ਗਈ ਹੈ। ਦੇਖੋ ਇੱਕ ਵਾਰੀ ਫਿਰ ਮਾਡਲ ਦੇਖਦੇ ਹਾਂ ਅਸੀਂ। ਹਾਈਡਰੋਜਨ ਦੀ ਪਰਮਾਣੂ ਸੰਖਿਆ 1 ਹੈ।
ਇਸ ਦੀ ਪਰਮਾਣੂ ਸੰਖਿਆ 1 ਦੇ ਨਾਲ ਸ਼ੋ ਹੋ ਰਿਹਾ ਹੈ ਕਿ ਇਸ ਦਾ ਇਲੈਕਟ੍ਰੋਨ ਵੀ 1 ਹੋਏਗਾ ਅਤੇ ਕੇਂਦਰ ਦੇ ਵਿੱਚ ਜੋ ਸਥਿਤ ਹੈ ਪ੍ਰੋਟੋਨ ਉਹ ਵੀ ਉਸ ਦੀ ਸੰਖਿਆ ਵੀ 1 ਹੋਏਗੀ। ਕਹਿਣ ਦਾ ਮਤਲਬ ਜਿੰਨੀ ਪਰਮਾਣੂ ਸੰਖਿਆ ਹੈ ਉਨੇ ਹੀ ਇਲੈਕਟ੍ਰੋਨ ਹੋਣਗੇ, ਉਨੇ ਹੀ ਕੇਂਦਰ ਵਿੱਚ ਪ੍ਰੋਟੋਨ ਹੋਣਗੇ। ਹੁਣ ਇਹ ਸੰਖਿਆ ਬਰਾਬਰ ਕਿਉਂ ਹੈ? ਇਹ ਬਰਾਬਰ ਇਸ ਲਈ ਹੁੰਦੀ ਹੈ ਕਿਉਂਕਿ ਇਲੈਕਟ੍ਰੋਨ ਤੇ ਚਾਰਜ ਅਲੱਗ ਹੈ ਅਤੇ ਕੇਂਦਰ ਵਿੱਚ ਪ੍ਰੈਜ਼ੈਂਟ ਹਾਜ਼ਰ ਪ੍ਰੋਟੋਨ ਤੇ ਚਾਰਜ ਅਲੱਗ ਹੈ। ਇਲੈਕਟ੍ਰੋਨ ਤੇ ਮਾਈਨਸ ਚਾਰਜ ਹੁੰਦਾ ਹੈ, ਨੈਗੇਟਿਵ ਚਾਰਜ ਹੁੰਦਾ ਹੈ, ਜਦ ਕਿ ਕੇਂਦਰ ਵਿੱਚ ਮੌਜੂਦ ਪ੍ਰੋਟੋਨ ਤੇ ਪੋਜ਼ਿਟਿਵ ਚਾਰਜ ਹੁੰਦਾ ਹੈ। ਜਦ ਇਹਨਾਂ ਦੋਨਾਂ ਦੀ ਸੰਖਿਆ ਬਰਾਬਰ ਹੋ ਜਾਂਦੀ ਹੈ ਤਾਂ ਚਾਰਜ ਇੱਕ ਦੂਸਰੇ ਨੂੰ ਕੈਂਸਲ ਕਰ ਦਿੰਦੇ ਹਨ, ਭਾਵ ਉਦਾਸੀਨ ਕਰ ਦਿੰਦੇ ਹਨ, ਇੱਕ ਦੂਜੇ ਦਾ ਅਸਰ ਖਤਮ ਕਰ ਦਿੰਦੇ ਹਨ, ਦੋਨਾਂ ਨੂੰ ਨਿਊਟਰਲਾਈਜ਼ ਕਰ ਦਿੰਦੇ ਹਨ। ਇਸੇ ਕਰਕੇ ਪਰਮਾਣੂ ਸੰਖਿਆ ਯਾਦ ਰੱਖਣੀਆਂ ਨਾਲ ਪਰਮਾਣੂ ਸੰਖਿਆ ਜਿੰਨੀ ਹੈ ਉਨੇ ਹੀ ਇਲੈਕਟ੍ਰੋਨ ਹੋਣਗੇ, ਜਿਹੜੇ ਇਲੈਕਟ੍ਰੋਨ ਗ੍ਰਹਿਾਂ ਦੀ ਤਰ੍ਹਾਂ ਕੇਂਦਰ ਦੇ ਦੁਆਲੇ ਘੁੰਮ ਰਹੇ ਹਨ, ਤੇ ਉਨੇ ਹੀ ਕੇਂਦਰ ਵਿੱਚ ਪ੍ਰੋਟੋਨ ਹੋਣਗੇ। ਕੇਂਦਰ ਵਿੱਚ ਇਸ ਦੇ ਪ੍ਰੋਟੋਨ ਦੇ ਨਾਲ ਇੱਕ ਹੋਰ ਤੱਤ ਵੀ ਮੌਜੂਦ ਹੁੰਦਾ ਹੈ ਜਿਸ ਨੂੰ ਨਿਊਟਰੋਨ ਕਿਹਾ ਜਾਂਦਾ ਹੈ। ਇਸ ਤਰ੍ਹਾਂ ਅਸੀਂ ਫਿਰ ਸਮਝਦੇ ਹਾਂ ਕਿ ਹਾਈਡਰੋਜਨ ਜਿਸ ਦੀ ਪਰਮਾਣੂ ਸੰਖਿਆ 1 ਹੈ ਉਸ ਵਿੱਚ 1 ਹੀ ਇਲੈਕਟ੍ਰੋਨ ਹੈ ਅਤੇ ਕੇਂਦਰ ਵਿੱਚ 1 ਹੀ ਪ੍ਰੋਟੋਨ ਹੈ। ਇੱਥੇ ਯਾਦ ਰੱਖਣ ਵਾਲੀ ਗੱਲ ਹੈ ਕਿ ਇਸ ਵਿੱਚ ਮੈਂ ਇੱਕ ਪ੍ਰੋਟੋਨ ਹੀ ਦਿਖਾਇਆ ਹੈ, ਇਸ ਵਿੱਚ ਨਿਊਟਰੋਨ ਨਹੀਂ ਦਿਖਾਇਆ, ਕਿਉਂਕਿ ਹਾਈਡਰੋਜਨ ਵਿੱਚ ਸਿਰਫ ਇੱਕ ਪ੍ਰੋਟੋਨ ਹੀ ਹੁੰਦਾ ਹੈ ਤੇ ਇਹੀ ਤੱਤ ਹੈ ਜਿਸ ਵਿੱਚ ਕੋਈ ਵੀ ਨਿਊਟਰੋਨ ਹਾਜ਼ਰ ਨਹੀਂ ਹੁੰਦਾ। ਬਾਕੀ ਅਗਲੇ ਤੱਤਾਂ ਦੇ ਵਿੱਚ ਨਿਊਟਰੋਨ ਹਾਜ਼ਰ ਹੋਣਗੇ, ਉਹਦੇ ਵਿੱਚ ਕੇਂਦਰ ਵਿੱਚ ਪ੍ਰੈਜ਼ੈਂਟ ਹੋਣਗੇ। ਸੈਕਿੰਡ ਨੰਬਰ ਹੈ ਹੀਲੀਅਮ ਦਾ। ਹੀਲੀਅਮ ਦੀ ਪਰਮਾਣੂ ਸੰਖਿਆ ਤੁਸੀਂ ਦੇਖ ਸਕਦੇ ਹੋ, ਇਲੈਕਟ੍ਰੋਨਾਂ ਦੀ ਗਿਣਤੀ ਤੋਂ ਹੀ ਦੇਖ ਸਕਦੇ ਹੋ। ਇਸ ਵਿੱਚ ਕਿੰਨੇ ਇਲੈਕਟ੍ਰੋਨ ਸ਼ੋ ਹੋ ਰਹੇ ਹਨ? 2 ਇਲੈਕਟ੍ਰੋਨ, ਭਾਵ ਇਸ ਦੀ ਪਰਮਾਣੂ ਸੰਖਿਆ 2 ਹੈ। ਇਸ ਵਿੱਚ 2 ਇਲੈਕਟ੍ਰੋਨ ਹਨ ਅਤੇ ਕੇਂਦਰ ਦੇ ਨਿਊਕਲੀਅਸ ਵਿੱਚ ਇਸ ਵਿੱਚ 2 ਹੀ ਪ੍ਰੋਟੋਨ ਹੋਣਗੇ, ਭਾਵ ਜਿੰਨਾ ਨੈਗੇਟਿਵ ਚਾਰਜ ਉਨਾ ਹੀ ਪੋਜ਼ਿਟਿਵ ਚਾਰਜ। ਹਾਈਡਰੋਜਨ ਦੇ ਵਿੱਚ ਕੋਈ ਵੀ ਨਿਊਟਰੋਨ ਹਾਜ਼ਰ ਨਹੀਂ ਸੀ, ਪਰ ਇਸ ਵਿੱਚ ਨਿਊਟਰੋਨ ਹਾਜ਼ਰ ਹਨ। ਇਸ ਵਿੱਚ 2 ਨਿਊਟਰੋਨ, 2 ਇਲੈਕਟ੍ਰੋਨ ਜੋ ਕੇਂਦਰ ਦੇ ਚੱਕਰ ਵਿੱਚ ਕੇਂਦਰ ਦੇ ਦੁਆਲੇ ਚੱਕਰ ਲਗਾ ਰਹੇ ਹਨ। ਹੁਣ ਇਸ ਤੋਂ ਬਾਅਦ ਦੇਖਦੇ ਹਾਂ ਕਿ ਜਦ 3 ਇਲੈਕਟ੍ਰੋਨ ਹੋ ਜਾਣ ਤਾਂ ਕੀ ਬਣਦਾ ਹੈ। ਇਸ ਤਰ੍ਹਾਂ ਅਸੀਂ ਸਮਝ ਸਕਦੇ ਹਾਂ। ਇਸ ਨੂੰ ਮੈਂ ਥੋੜਾ ਜਿਹਾ ਤੁਹਾਡੀ ਸੈਕਸ਼ਨ ਦੇ ਹਿਸਾਬ ਨਾਲ ਸਮਝਾਈਏ। ਜਿਸ ਤਰ੍ਹਾਂ ਅਕਸਰ ਕਿਹਾ ਜਾਂਦਾ ਹੈ ਕਿ ਸਕੂਲ ਵਿੱਚ 35 ਬੱਚਿਆਂ ਦਾ ਸੈਕਸ਼ਨ ਹੁੰਦਾ ਹੈ, ਜਦ 35 ਤੋਂ 36 ਬੱਚੇ ਹੋ ਜਾਣ ਤਾਂ ਇੱਕ ਨਵਾਂ ਸੈਕਸ਼ਨ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਜੇ ਇਹਨੂੰ ਪਹਿਲਾ ਸੈਕਸ਼ਨ ਮੰਨੀਏ ਤਾਂ ਇਸ ਦੇ ਪਹਿਲੇ ਸੈਕਸ਼ਨ ਵਿੱਚ 2 ਹੀ ਇਲੈਕਟ੍ਰੋਨ ਆਣਗੇ। ਪਹਿਲੇ ਸ਼ੈੱਲ ਵਿੱਚ ਕਿੰਨੇ ਇਲੈਕਟ੍ਰੋਨ ਆਣਗੇ? 2 ਹੀ ਇਲੈਕਟ੍ਰੋਨ ਆਣਗੇ। ਜਦ ਤੀਸਰਾ ਇਲੈਕਟ੍ਰੋਨ ਆਏਗਾ ਜਿਸ ਦੀ ਪਰਮਾਣੂ ਸੰਖਿਆ 3 ਹੈ, ਉਸ ਵਿੱਚ ਤੀਸਰਾ ਇਲੈਕਟ੍ਰੋਨ ਆਏਗਾ। ਉਹ ਤੀਸਰਾ ਇਲੈਕਟ੍ਰੋਨ ਇਸ ਪਹਿਲੇ ਸੈਕਸ਼ਨ ਵਿੱਚ ਜਾਂ ਪਹਿਲੇ ਸ਼ੈੱਲ ਵਿੱਚ ਨਹੀਂ ਆਏਗਾ, ਉਹ ਕਿਸ ਵਿੱਚ ਆਏਗਾ? ਨੈਕਸਟ ਸ਼ੈੱਲ ਵਿੱਚ। ਜਿਵੇਂ ਕਿ ਲੀਥੀਅਮ ਦੀ ਪਰਮਾਣੂ ਸੰਖਿਆ 3 ਹੈ, ਪਰਮਾਣੂ ਸੰਖਿਆ 3 ਮਤਲਬ ਇਲੈਕਟ੍ਰੋਨ 3 ਹੋਣਗੇ। ਇਸ ਵਿੱਚ 3 ਇਲੈਕਟ੍ਰੋਨ ਕਿਸ ਤਰ੍ਹਾਂ ਆਣਗੇ? ਪਹਿਲੇ ਸ਼ੈੱਲ ਵਿੱਚ 2, ਪਹਿਲੇ ਸੈਕਸ਼ਨ ਵਿੱਚ ਹਮੇਸ਼ਾ ਹੀ 2 ਹੀ ਸੈਕਸ਼ਨ ਜਾਂ ਇਸ ਨੂੰ ਸ਼ੈੱਲ ਕਹਿੰਦੇ ਹਾਂ, 2 ਹੀ ਇਲੈਕਟ੍ਰੋਨ ਰਹਿਣਗੇ। ਜਦ ਤੀਸਰਾ ਇਲੈਕਟ੍ਰੋਨ ਆਏਗਾ ਉਹ ਬਾਹਰੀ ਸ਼ੈੱਲ ਵਿੱਚ ਆਏਗਾ। ਇਸ ਬਾਹਰੀ ਸ਼ੈੱਲ ਦੀ ਵੀ ਆਪਣੀ ਇੱਕ ਸਮਰੱਥਾ ਹੈ। ਇਹ ਨਹੀਂ ਕਹਿ ਸਕਦੇ ਕਿ ਜਿੰਨੇ ਵੀ ਇਲੈਕਟ੍ਰੋਨ ਆਈ ਜਾਣਗੇ ਉਹ ਇਸ ਸ਼ੈੱਲ ਵਿੱਚ ਆਈ ਜਾਣਗੇ, ਨਹੀਂ। ਇਸ ਵਿੱਚ ਵੱਧ ਤੋਂ ਵੱਧ 8 ਇਲੈਕਟ੍ਰੋਨ ਆ ਸਕਦੇ ਹਨ। ਪਹਿਲੇ ਸ਼ੈੱਲ ਵਿੱਚ 2, ਦੂਸਰੇ ਵਿੱਚ 8 ਇਲੈਕਟ੍ਰੋਨ ਆ ਸਕਦੇ ਹਨ। ਕਹਿਣ ਦਾ ਮਤਲਬ 2 ਅੰਦਰਲੇ ਸ਼ੈੱਲ ਵਿੱਚ, 8 ਇਲੈਕਟ੍ਰੋਨ ਬਾਹਰਲੇ ਸ਼ੈੱਲ ਵਿੱਚ, 10 ਇਲੈਕਟ੍ਰੋਨ 2 ਸ਼ੈੱਲ ਵਿੱਚ ਆ ਸਕਦੇ ਹਨ। ਜਦ 11ਵਾਂ ਇਲੈਕਟ੍ਰੋਨ ਆਇਆ ਤਾਂ ਉਸ ਵਾਸਤੇ ਇੱਕ ਨਵਾਂ ਸ਼ੈੱਲ ਹਾਜ਼ਰ ਹੋਣਾ ਚਾਹੀਦਾ ਹੈ, ਕਿਉਂਕਿ ਉਹ ਇਸ ਸ਼ੈੱਲ ਵਿੱਚ ਨਹੀਂ ਸਮਾਏਗਾ। ਬਾਹਰਲੇ ਸ਼ੈੱਲ ਵਿੱਚ 8 ਇਲੈਕਟ੍ਰੋਨ ਹੀ ਹੋਣਗੇ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਬੈਰੀਲੀਅਮ ਦਾ ਪਰਮਾਣੂ ਮਾਡਲ। ਬੈਰੀਲੀਅਮ ਦਾ ਪਰਮਾਣੂ ਸੰਖਿਆ 4 ਹੈ, ਭਾਵ ਇਸ ਵਿੱਚ 4 ਇਲੈਕਟ੍ਰੋਨ ਅਤੇ ਕੇਂਦਰ ਵਿੱਚ 4 ਹੀ ਪ੍ਰੋਟੋਨ ਹੋਣਗੇ, ਜੋ ਚਾਰਜ ਆਪਸ ਵਿੱਚ ਨਿਊਟਰਲਾਈਜ਼ ਹੋ ਜਾਂਦੇ ਹਨ। ਅਤੇ ਇਸ ਵਿੱਚ ਦੇਖ ਰਹੇ ਹਾਂ ਅਸੀਂ ਪਹਿਲੇ ਸ਼ੈੱਲ ਦੇ ਵਿੱਚ 2 ਇਲੈਕਟ੍ਰੋਨ, ਦੂਸਰੇ ਸ਼ੈੱਲ ਵਿੱਚ 3 ਇਲੈਕਟ੍ਰੋਨ। ਹੁਣ ਜੇ ਇਸ ਤੋਂ ਨੈਕਸਟ ਵਾਲਾ ਬੋਰਨ ਜਿਸ ਦੀ ਪਰਮਾਣੂ ਸੰਖਿਆ 5 ਹੈ, ਉਸ ਵਿੱਚ ਦੇਖੀਏ ਇਲੈਕਟ੍ਰੋਨ ਦਾ ਅਰੇਂਜਮੈਂਟ ਕਿਸ ਤਰ੍ਹਾਂ ਹੋ ਰਿਹਾ ਹੈ। ਜਿਸ ਦੀ ਪਰਮਾਣੂ ਸੰਖਿਆ 5 ਹੈ, ਕੀ ਤੁਸੀਂ ਦੱਸ ਸਕਦੇ ਹੋ ਬਾਹਰਲੇ ਸ਼ੈੱਲ ਵਿੱਚ ਉਸਦੇ
ਕਿੰਨੇ ਇਲੈਕਟ੍ਰੋਨ ਹੋਣਗੇ? ਆਓ ਦੇਖਦੇ ਹਾਂ। ਇਹ ਹੈ ਬੋਰਨ ਦਾ ਪਰਮਾਣੂ ਮੋਡਲ। ਇਸ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਇਸ ਦੀ ਪਰਮਾਣੂ ਸੰਖਿਆ 5 ਹੈ। ਪਰਮਾਣੂ ਸੰਖਿਆ 5 ਮਤਲਬ ਇਸ ਵਿੱਚ 5 ਇਲੈਕਟ੍ਰੋਨ ਹਨ ਅਤੇ 5 ਹੀ ਕੇਂਦਰ ਵਿੱਚ ਪ੍ਰੋਟੋਨ ਹਨ। ਇਸ ਵਿੱਚ ਦੇਖੋ ਪਹਿਲੇ ਸ਼ੈਲ ਵਿੱਚ 2 ਇਲੈਕਟ੍ਰੋਨ, ਦੂਸਰੇ ਸ਼ੈਲ ਵਿੱਚ 3 ਇਲੈਕਟ੍ਰੋਨ। ਇਸੇ ਤਰ੍ਹਾਂ ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ ਅਤੇ ਨਿਓਨ ਤੱਕ ਇਸ ਵਿੱਚ 8 ਇਲੈਕਟ੍ਰੋਨ ਹੋਰ ਪੂਰੇ ਹੋ ਸਕਦੇ ਹਨ। ਅਤੇ ਜਦ ਸੋਡੀਅਮ ਜਿਸ ਦੀ ਪਰਮਾਣੂ ਸੰਖਿਆ 11 ਹੈ, ਉਸ ਦੀ ਪਰਮਾਣੂ ਸੰਖਿਆ, ਉਸ ਦਾ ਪਰਮਾਣੂ ਦਾ ਮੋਡਲ ਬਣਾਵਾਂਗੇ ਤਾਂ ਉਸ ਦੇ ਬਾਹਰ ਇੱਕ ਸ਼ੈਲ ਹੋਰ ਲਗਾਉਣਾ ਪਵੇਗਾ। ਫਿਰ ਇਸ ਦੀ ਦੇਖਦੇ ਹਾਂ ਕਿ ਇਲੈਕਟ੍ਰੋਨ ਦਾ ਮੋਡਲ ਕਿਸ ਤਰ੍ਹਾਂ ਹੈ। ਕੇਂਦਰ ਵਿੱਚ ਕੇਂਦਰਕ ਹੈ ਜਿਸ ਦਾ ਸੈਂਟਰ ਹੈ ਇਸ ਦਾ, ਉਸ ਵਿੱਚ ਪ੍ਰੋਟੋਨ ਅਤੇ ਨਿਊਟਰੋਨ ਹਨ। ਬਾਹਰ ਗ੍ਰਹਿਾਂ ਦੀ ਤਰ੍ਹਾਂ ਜਿਵੇਂ ਸੂਰਜ ਦੇ ਦੁਆਲੇ ਗ੍ਰਹਿ ਘੁੰਮਦੇ ਹਨ, ਉਸੇ ਤਰ੍ਹਾਂ ਨਿਊਕਲੀਅਸ ਦੇ ਦੁਆਲੇ ਇਲੈਕਟ੍ਰੋਨ ਚੱਕਰ ਲਗਾਉਂਦੇ ਹਨ। ਇਲੈਕਟ੍ਰੋਨ ਉੱਪਰ ਨੈਗੇਟਿਵ ਚਾਰਜ ਹੈ, ਪ੍ਰੋਟੋਨ ਉੱਪਰ ਪੋਜ਼ਿਟਿਵ ਚਾਰਜ ਹੈ ਅਤੇ ਨਿਊਟਰੋਨ ਉੱਪਰ ਕਿਹੜਾ ਚਾਰਜ ਹੈ? ਨਿਊਟਰੋਨ ਉੱਪਰ ਚਾਰਜ ਨੂੰ ਯਾਦ ਰੱਖਣ ਵਾਸਤੇ ਬੇਟਾ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜਦ ਅਸੀਂ ਬਾਈਕ ਨੂੰ ਸਟਾਰਟ ਕਰਦੇ ਹਾਂ, ਉਹਦੇ ਉੱਪਰ ਜਦ ਕੋਈ ਵੀ ਗੇਅਰ ਨਹੀਂ ਹੁੰਦਾ ਤਾਂ ਤੁਸੀਂ ਕਦੀ ਨੋਟ ਕੀਤਾ ਹੈ ਉਹਦੇ ਉੱਪਰ ਇੰਗਲਿਸ਼ ਦਾ ਕਿਹੜਾ ਅੱਖਰ ਆਂਦਾ ਹੈ? ਕਈ ਬਾਈਕ ਦੇ ਉੱਤੇ ਤੁਸੀਂ ਦੇਖਿਆ ਹੋਵੇਗਾ ਕਿ ਇੰਗਲਿਸ਼ ਦਾ N ਅੱਖਰ ਆਂਦਾ ਹੈ। N ਦਾ ਮਤਲਬ ਨਿਊਟਰਲ। ਉੱਥੇ ਨਿਊਟਰਲ ਦਾ ਮੀਨਿੰਗ ਹੁੰਦਾ ਹੈ ਨੋ ਗੇਅਰ, ਭਾਵ ਬਾਈਕ ਦੇ ਵਿੱਚ ਕੋਈ ਵੀ ਗੇਅਰ ਨਹੀਂ ਲਗਾਇਆ ਹੋਇਆ। ਇਸੇ ਤਰ੍ਹਾਂ ਇੱਥੇ ਨਿਊਟਰਲ ਦਾ ਮੀਨਿੰਗ ਅਸੀਂ ਦੇਖਾਂਗੇ। ਨਿਊਟਰਲ ਮਤਲਬ ਕੋਈ ਵੀ ਚਾਰਜ ਨਹੀਂ ਹੈ। ਨਿਊਟਰੋਨ ਉੱਪਰ ਕੋਈ ਵੀ ਚਾਰਜ ਨਹੀਂ ਹੈ, ਇਲੈਕਟ੍ਰੋਨ ਉੱਪਰ ਨੈਗੇਟਿਵ ਚਾਰਜ ਅਤੇ ਪ੍ਰੋਟੋਨ ਉੱਪਰ ਪੋਜ਼ਿਟਿਵ ਚਾਰਜ ਹੁੰਦਾ ਹੈ। ਹੁਣ ਅਸੀਂ ਜਦੋਂ ਇਸ ਤੋਂ ਅਗਲੇ ਪਰਮਾਣੂਆਂ ਦਾ ਮੋਡਲ ਤਿਆਰ ਕਰਦੇ ਹਾਂ ਤਾਂ ਜ਼ਰੂਰੀ ਨਹੀਂ ਹੈ ਕਿ ਸਾਨੂੰ ਹਰ ਸ਼ੈਲ ਦੇ ਵਿੱਚ ਇਲੈਕਟ੍ਰੋਨ ਦਿਖਾਣੇ ਹੀ ਪੈਣ। ਜਿਵੇਂ ਕਿ ਜੇ ਮੈਂ ਬਾਹਰਲੇ ਸ਼ੈਲ ਵਿੱਚ 3 ਇਲੈਕਟ੍ਰੋਨ ਦਿਖਾਏ ਨੇ ਤਾਂ ਇਸ ਦਾ ਮਤਲਬ ਅੰਡਰਸਟੂਡ ਹੈ ਕਿ ਅੰਦਰਲੇ ਸ਼ੈਲ ਵਿੱਚ 2 ਇਲੈਕਟ੍ਰੋਨ ਪ੍ਰੈਜ਼ੈਂਟ ਹੈ। ਜਿਸ ਤਰ੍ਹਾਂ ਤੁਸੀਂ 9th ਜਾਂ 10th ਕਲਾਸ ਵਿੱਚ ਪੜ੍ਹ ਰਹੇ ਹੋ ਤੇ ਤੁਹਾਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਕਿ ਤੁਸੀਂ 6th ਕਲਾਸ ਵੀ ਕੀਤੀ ਹੈ ਜਾਂ 7th ਕਲਾਸ ਵੀ ਕੀਤੀ ਹੈ, ਹੁਣ ਤੁਸੀਂ 9th 'ਚ ਪੜ੍ਹ ਰਹੇ ਹੋ। ਇਸੇ ਤਰ੍ਹਾਂ ਅਸੀਂ ਜਦ ਬਾਹਰ ਵਾਲੇ ਸ਼ੈਲ ਦੇ ਇਲੈਕਟ੍ਰੋਨ ਹੀ ਦਿਖਾ ਸਕਦੇ ਹਾਂ, ਅੰਦਰ ਵਾਲੇ ਸ਼ੈਲ ਨੂੰ ਸਿਰਫ ਖਾਲੀ ਦਿਖਾ ਸਕਦੇ ਹਾਂ। ਮੈਂ ਇੱਕ ਤੁਹਾਨੂੰ ਮੋਡਲ ਦਿਖਾਉਣ ਜਾ ਰਿਹਾ ਹਾਂ, ਉਹ ਤੁਸੀਂ ਮੈਨੂੰ ਦੱਸਣਾ ਹੈ ਕਿ ਉਸ ਦੀ ਪਰਮਾਣੂ ਸੰਖਿਆ ਕਿੰਨੀ ਹੋ ਸਕਦੀ ਹੈ। ਜੋ ਨਾਮ ਲਿਖਿਆ ਹੈ ਇਸ ਦੇ ਨੀਚੇ ਇਹ ਦੇਖੋ, ਇਸ ਦੇ ਕਿੰਨੇ ਸ਼ੈਲ ਹਨ? 1 2 3 ਸ਼ੈਲ ਨੇ। ਬਾਹਰਲੇ ਸ਼ੈਲ ਵਿੱਚ 2 ਇਲੈਕਟ੍ਰੋਨ ਨੇ, ਅੰਦਰਲੇ ਸ਼ੈਲ ਵਿੱਚ ਕੋਈ ਇਲੈਕਟ੍ਰੋਨ ਸ਼ੋ ਨਹੀਂ ਕੀਤਾ। ਕਹਿਣ ਦਾ ਮਤਲਬ ਜਿਵੇਂ ਤੁਹਾਡੀ 10th ਕਲਾਸ ਹੈ ਜਾਂ 9th ਕਲਾਸ ਹੈ, ਤੁਸੀਂ ਇਹ ਨਹੀਂ ਦੱਸਣਾ ਕਿ ਅਸੀਂ 7th ਵੀ ਪੜ੍ਹੇ ਹਾਂ ਜਾਂ 8th ਵੀ ਪੜ੍ਹੇ ਹਾਂ। ਇਸੇ ਤਰ੍ਹਾਂ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਇਹ ਸ਼ੈਲ ਵਿੱਚ ਕਿੰਨੇ ਇਲੈਕਟ੍ਰੋਨ ਹਨ। ਤੁਹਾਨੂੰ ਪਹਿਲਾਂ ਦੁਹਰਾਈ ਕਰਾਈ ਜਾ ਚੁੱਕੀ ਹੈ ਕਿ ਇਸ ਸ਼ੈਲ ਵਿੱਚ ਕਿੰਨੇ ਇਲੈਕਟ੍ਰੋਨ ਹੋਣਗੇ। ਅੰਦਰ ਵਾਲੇ ਸ਼ੈਲ ਵਿੱਚ 2 ਇਲੈਕਟ੍ਰੋਨ, ਬਾਹਰ ਵਾਲੇ 'ਚ ਕਿੰਨੇ ਹੋਣਗੇ? ਸੈਕਿੰਡ ਸ਼ੈਲ ਵਿੱਚ ਵੱਧ ਤੋਂ ਵੱਧ 8 ਇਲੈਕਟ੍ਰੋਨ, 2 ਤੇ 8 10, ਤੇ ਬਾਹਰ ਕਿੰਨੇ ਹੈ? ਸਭ ਤੋਂ ਬਾਹਰ ਵਾਲੇ ਸ਼ੈਲ ਵਿੱਚ 2 ਇਲੈਕਟ੍ਰੋਨ। ਕਹਿਣ ਦਾ ਮਤਲਬ ਕੁੱਲ ਇਲੈਕਟ੍ਰੋਨ ਹੋ ਗਏ 2 8 ਔਰ 2 ਟੋਟਲ 12। 12 ਇਲੈਕਟ੍ਰੋਨ ਵਾਲਿਆਂ ਦੀ ਪਰਮਾਣੂ ਸੰਖਿਆ ਵੀ ਕੀ ਹੋਏਗੀ? 12 ਹੀ ਹੋਏਗੀ। ਅਤੇ ਇਸ ਦਾ ਨਾਮ ਕੀ ਹੈ? ਮੈਗਨੀਸ਼ੀਅਮ। ਇਸ ਦਾ ਨਾਮ ਕੀ ਹੈ? ਮੈਗਨੀਸ਼ੀਅਮ। ਹੁਣ ਅਸੀਂ ਇਹ ਦੇਖਦੇ ਹਾਂ ਕਿ ਬਾਹਰ ਵਾਲੇ ਸ਼ੈਲ ਨੂੰ ਹੀ ਕਿਉਂ ਇਲੈਕਟ੍ਰੋਨ ਦਿਖਾਉਂਦੇ ਹਨ, ਅੰਦਰਲੇ ਸ਼ੈਲ ਵਾਲੇ ਦੀ ਕਿਉਂ ਜ਼ਰੂਰਤ ਨਹੀਂ ਹੈ। ਇਸ ਦਾ ਪਰਮਾਣੂ ਦੇ ਸਾਰੇ ਗੁਣ ਇਸ ਦੇ ਬਾਹਰ ਵਾਲੇ ਸ਼ੈਲ ਵਿੱਚ ਹਾਜ਼ਰ ਇਲੈਕਟ੍ਰੋਨਾਂ ਤੇ ਹੀ ਨਿਰਭਰ ਕਰਦੇ ਹਨ। ਸਾਰੇ ਗੁਣ ਕਿਸ ਤੇ ਨਿਰਭਰ ਕਰਦੇ ਹਨ? ਜੋ ਬਾਹਰ ਵਾਲੇ ਸ਼ੈਲ ਤੇ ਹਾਜ਼ਰ ਹਨ। ਇਸ ਦੇ ਬਾਹਰ ਵਾਲੇ ਸ਼ੈਲ ਨੂੰ ਵੈਲੈਂਸ ਸ਼ੈਲ ਕਹਿੰਦੇ ਹਨ, ਬਾਹਰੀ ਸ਼ੈਲ ਕਹਿੰਦੇ ਹਨ ਜਾਂ ਵੈਲੈਂਸ ਸ਼ੈਲ। ਇਸ ਦੇ ਵੈਲੈਂਸ ਸ਼ੈਲ ਵਿੱਚ ਜਿੰਨੇ ਇਲੈਕਟ੍ਰੋਨ ਹੋਣਗੇ ਉਸ ਵਿੱਚ ਸਾਰੇ ਗੁਣ ਉਹਨਾਂ ਵੈਲੈਂਸ ਸ਼ੈਲ ਦੇ ਇਲੈਕਟ੍ਰੋਨ ਕਰਕੇ ਹੀ ਪਰਮਾਣੂ ਦੇ ਗੁਣ ਨਿਰਭਰ ਹਨ। ਕਲਾਸ ਵਿੱਚ ਤੁਸੀਂ ਆਪਦੇ ਦੋਸਤਾਂ ਦੀ ਚੁਆਇਸ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ, ਪਰ ਤੁਹਾਡੇ
ਅਨਕੌਂਸ਼ੀਅਸ ਮਾਈਂਡ ਵਿੱਚ ਤੁਸੀਂ ਆਪਦੇ ਦੋਸਤਾਂ ਦੀ ਚੁਆਇਸ ਕਰਦੇ ਹੋ, ਤੁਹਾਡੇ ਮਨ ਦੇ ਅੰਦਰ ਕੁਝ ਨਾ ਕੁਝ ਉਹਨਾਂ ਦੇ ਗੁਣ ਚੰਗੇ ਲੱਗਦੇ ਨੇ, ਕੁਝ ਨਾ ਕੁਝ ਗੁਣ ਤੁਹਾਡੇ ਉਹਨਾਂ ਨਾਲ ਜੁੜਦੇ ਨੇ, ਤਾਂ ਹੀ ਤੁਸੀਂ ਉਹਨਾਂ ਨਾਲ ਆਪਦੀ ਦੋਸਤੀ ਕਰਦੇ ਹੋ। ਸੇਮ ਕੇਸ ਪਰਮਾਣੂਆਂ ਵਿੱਚ ਹੈ। ਜਦ ਇਹਨਾਂ ਦੇ ਗੁਣ ਜੋ ਇਹਨਾਂ ਨੂੰ ਚਾਹੀਦਾ ਹੈ ਦੂਸਰੇ ਪਰਮਾਣੂ ਵਿੱਚ ਮਿਲ ਜਾਏ ਤਾਂ ਉਹ ਉਸ ਨਾਲ ਦੋਸਤੀ ਕਰ ਲੈਂਦੇ ਹਨ, ਉਸ ਨਾਲ ਮਿਲ ਕੇ ਕੀ ਬਣਾ ਦਿੰਦੇ ਹਨ, ਯੋਗਿਕ ਜਾਂ ਨਵੇਂ ਤੱਤ ਬਣਾ ਦਿੰਦੇ ਹਨ। ਜੇ ਇਹਨਾਂ ਦੇ ਗੁਣਾਂ ਦੀ ਸਮਾਨਤਾ ਵਾਲੇ ਹੋਰ ਤੱਤਾਂ ਨਾਲ ਦੋਸਤੀ ਕਰਕੇ ਨਵੇਂ ਗੁਣ ਪੈਦਾ ਕਰਨ ਵਾਲੇ ਨਵੇਂ ਤੱਤ ਬਣ ਜਾਂਦੇ ਹਨ।